एक कन सुनी जे दित्ती दूजे कन विसार, तां मूहों अलापे समझदे फोके रागां ने, तेरा घड़ना नहीं किरदार। हो सुचेत दे सुनी ते पहरा, ते लै अमलां विच उतार। अमन यही एक कामल नुस्खा है, जो ला देवे भवजलों पार, जो ला देवे भवजलों पार। तू सत अखंड जोत चैनल ते प्रोग्राम सुगड़ विचार देख रहे सारे ही ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਅੱਜ ਦੇ ਇਸ ਪ੍ਰੋਗਰਾਮ ਸੁਗੜ ਵਿਚਾਰ ਵਿੱਚ ਮੇਰਾ ਜੋ ਸੁਗੜ ਵਿਚਾਰ ਹੈ ਉਹ ਹੈ ਤਿੰਨ ਮੂਰਤੀਆਂ। ਉੱਚੇ ਮੁੱਲ ਦੀ ਹਰ ਵਸਤ ਹਰ ਸ਼ੈ ਲਈ ਵਿਲੱਖਣ ਚਾਹਤ ਰੱਖਣ ਵਾਲਾ ਇਨਸਾਨ ਚਾਹੁੰਦਾ ਹੈ ਕਿ ਉਸ ਦੀ ਵੀ ਕੀਮਤ ਉੱਚੀ ਹੋਵੇ, ਭਾਵ ਕਿ ਲੋਕ ਉਸ ਦੀ ਮੌਜੂਦਗੀ ਨੂੰ ਸਤਿਕਾਰ ਦੇਣ, ਉਸ ਦੀ ਸੋਭਾ ਵਡਿਆਈ ਕਰਨ। ਪਰ ਇਨਸਾਨ ਦਾ ਮੁੱਲ ਉੱਚਾ ਕਿੰਨਾ ਹਾਲਾਤਾਂ ਵਿੱਚ, ਕਿੰਨਾ ਪਰਿਸਥਿਤੀਆਂ ਵਿੱਚ ਤੇ ਕਿਸ ਤਰ੍ਹਾਂ ਹੁੰਦਾ ਹੈ, ਇਸ ਦੀ ਸਮਝ ਅਸੀਂ ਅੱਜ ਦੀ ਇਸ ਕਹਾਣੀ ਤੋਂ ਲੈਂਦੇ ਹਾਂ। ਕਹਿੰਦੇ ਨੇ ਕਿ ਇੱਕ ਵਾਰ ਇੱਕ ਆਦਮੀ ਇੱਕ ਮੂਰਤੀਕਾਰ ਦੀ ਦੁਕਾਨ ਤੇ ਇੱਕ ਮੂਰਤੀ ਖਰੀਦਣ ਲਈ ਗਿਆ, ਤਾਂ ਉਸ ਦੀ ਨਜ਼ਰ ਦੁਕਾਨ ਤੇ ਪਈਆਂ ਇੱਕ ਸਮਾਨ ਤਿੰਨ ਮੂਰਤੀਆਂ ਤੇ ਪਈ, ਜੋ ਵੇਖਣ ਵਿੱਚ ਇੱਕ ਸਮਾਨ ਸੀ, ਜਿਨ੍ਹਾਂ ਦਾ ਰੰਗ, ਢੰਗ, ਢਾਲ, ਬਣਤਰ, ਸਾਈਜ਼, ਆਕਾਰ ਵੀ ਇੱਕ ਸਮਾਨ ਸੀ। ਦੇਖਣ ਲਈ ਉਹਨਾਂ ਤਿੰਨ ਮੂਰਤੀਆਂ ਵਿੱਚ ਕੋਈ ਵਾਲ ਭਰ ਦਾ ਫਰਕ ਵੀ ਨਜ਼ਰ ਨਹੀਂ ਸੀ ਪੈਂਦਾ। ਹੁਣ ਜਦੋਂ ਮੂਰਤੀ ਖਰੀਦਣ ਆਏ ਇਨਸਾਨ ਨੇ ਹੂ-ਬਹੂ ਇੱਕੋ ਜਿਹੀਆਂ ਦਿਖਦੀਆਂ ਮੂਰਤੀਆਂ ਦੀ ਕੀਮਤ ਪੁੱਛੀ, ਤਾਂ ਮੂਰਤੀਕਾਰ ਕਹਿੰਦਾ ਹੈ ਕਿ ਇਸ ਪਹਿਲੀ ਮੂਰਤੀ ਦੀ ਕੀਮਤ 10 ਰੁਪਏ ਹੈ, ਇਸ ਦੂਜੀ ਮੂਰਤੀ ਦੀ ਕੀਮਤ 20 ਰੁਪਏ ਹੈ ਤੇ ਇਸ ਤੀਜੀ ਮੂਰਤੀ ਦੀ ਕੀਮਤ ਹੈ 100 ਰੁਪਏ। ਮੂਰਤੀਕਾਰ ਦੀ ਇੰਨੀ ਗੱਲ ਸੁਣ ਉਹ ਆਦਮੀ ਕਹਿੰਦਾ ਕਿ ਦਿਖਣ ਵਿੱਚ ਰੰਗ ਢੰਗ ਕਰਕੇ ਤਾਂ ਇਹ ਮੂਰਤੀਆਂ ਇੱਕੋ ਜਿਹੀਆਂ ਹਨ, ਫਿਰ ਕੀ ਇਹਨਾਂ ਦੀ ਬਣਤਰ ਵਿੱਚ ਵਰਤੀ ਮਿੱਟੀ ਦੀ ਕੀਮਤ ਅਲੱਗ-ਅਲੱਗ ਹੈ? ਮੂਰਤੀਕਾਰ ਕਹਿੰਦਾ ਕਿ ਨਹੀਂ, ਇਹ ਤਿੰਨੇ ਮੂਰਤੀਆਂ ਇੱਕੋ ਮਿੱਟੀ ਦੀਆਂ ਹਨ। ਉਹ ਆਦਮੀ ਕਹਿੰਦਾ ਕਿ ਜੇ ਇਹ ਤਿੰਨੇ ਮੂਰਤੀਆਂ ਇੱਕ ਮਿੱਟੀ ਦੀਆਂ ਹਨ ਤਾਂ ਫਿਰ ਇਹਨਾਂ ਮੂਰਤੀਆਂ ਦੀ ਕੀਮਤ ਵਿੱਚ ਇੰਨਾ ਅੰਤਰ ਕਿਉਂ ਹੈ? ਜਦੋਂ ਆਦਮੀ ਨੇ ਇਹ ਸਵਾਲ ਕੀਤਾ ਤਾਂ ਮੂਰਤੀਕਾਰ ਨੇ ਉਸ ਦੇ ਸਵਾਲ ਦਾ ਜਵਾਬ ਦੇਣ ਲਈ ਇੱਕ ਸਿਲਾਈ ਲਿਆਂਦੀ ਤੇ ਲਿਆ ਕੇ ਪਹਿਲੀ ਮੂਰਤੀ ਦੇ ਕੰਨ ਵਿੱਚ ਮਾਰੀ। ਹੁਣ ਜਦ ਮੂਰਤੀਕਾਰ ਨੇ ਪਹਿਲੀ ਮੂਰਤੀ ਦੇ ਕੰਨ ਵਿੱਚ ਸਿਲਾਈ ਮਾਰੀ ਤਾਂ ਸਿਲਾਈ ਦੂਜੇ ਕੰਨ ਰਾਹੀਂ ਬਾਹਰ ਨਿਕਲ ਗਈ। ਇਹੀ ਸਮਾਨ ਕਿਰਿਆ ਜਦੋਂ ਮੂਰਤੀਕਾਰ ਨੇ ਦੂਜੀ ਮੂਰਤੀ ਨਾਲ ਦੁਹਰਾਈ ਤੇ ਦੂਜੀ ਮੂਰਤੀ ਦੇ ਕੰਨ ਵਿੱਚ ਸਿਲਾਈ ਮਾਰੀ ਤਾਂ ਸਿਲਾਈ ਦੂਜੀ ਮੂਰਤੀ ਦੇ ਮੂੰਹ ਰਾਹੀਂ ਬਾਹਰ ਨਿਕਲ ਆਈ। ਦੋਵਾਂ ਮੂਰਤੀਆਂ ਨਾਲ ਵਾਪਰੇ ਇਸ ਵਰਤਾਂਤ ਤੋਂ ਬਾਅਦ ਜਦੋਂ ਇਹੀ ਸਮਾਨ ਕਿਰਿਆ ਤੀਜੀ ਮੂਰਤੀ ਨਾਲ ਦੁਹਰਾਈ ਗਈ ਤਾਂ ਕੰਨ ਰਾਹੀਂ ਮਾਰੀ ਸਿਲਾਈ ਨਾ ਦੂਜੇ ਕੰਨ ਰਾਹੀਂ ਬਾਹਰ ਆਈ ਤੇ ਨਾ ਹੀ ਮੂੰਹ ਰਾਹੀਂ ਬਾਹਰ ਆਈ। ਤਾਂ ਮੂਰਤੀਕਾਰ ਕਹਿੰਦਾ ਕਿ ਇਹੀ ਫਰਕ ਹੈ ਜੋ ਇੱਕ ਸਮਾਨ ਮਿੱਟੀ ਤੋਂ ਤਿਆਰ ਹੋਈਆਂ ਇਹਨਾਂ ਇੱਕ ਸਮਾਨ ਮੂਰਤੀਆਂ ਦੀ ਕੀਮਤ ਵਿੱਚ ਅੰਤਰ ਪਾ ਰਿਹਾ ਹੈ। ਪਰ ਕੀਤੀ ਕਿਰਿਆ ਰਾਹੀਂ ਜ਼ਾਹਰ ਰੂਪ ਵਿੱਚ ਸਿੱਧ ਹੁੰਦੀ ਗੱਲ ਨਾਲ ਮੂਰਤੀਕਾਰ ਦੀ ਬਿਆਨੀ ਸਥਿਤੀ ਜਦੋਂ ਉਸ ਆਦਮੀ ਦੀ ਸਮਝ ਵਿੱਚ ਨਾ ਆਈ ਤਾਂ ਉਸਨੇ ਪੁੱਛਿਆ ਕਿ ਇਸ ਦਾ ਕੀ ਮਤਲਬ ਹੈ? ਤਾਂ ਮੂਰਤੀਕਾਰ ਨੇ ਸਰਲ ਲਫ਼ਜ਼ਾਂ ਵਿੱਚ ਕਿਹਾ ਕਿ ਪਹਿਲੀ ਮੂਰਤੀ ਦਾ ਮਤਲਬ ਹੈ ਕਿ ਇਹਨੇ ਇੱਕ ਕੰਨ ਰਾਹੀਂ ਸੁਣੀ ਗੱਲ ਬਿਨਾਂ ਗੌਰ ਕੀਤੇ ਦੂਸਰੇ ਕੰਨ ਰਾਹੀਂ ਕੱਢ ਦਿੱਤੀ, ਇਸ ਲਈ ਇਸ ਦਾ ਮੁੱਲ 10 ਰੁਪਏ ਹੈ। ਦੂਸਰੀ ਮੂਰਤੀ ਨੇ ਇੱਕ ਕੰਨ ਰਾਹੀਂ ਸੁਣੀ ਗੱਲ ਬਿਨਾਂ ਕਮਾਇਆ, ਬਿਨਾਂ ਖੁਦ ਤੇ ਢਾਲਿਆਂ ਮੂੰਹ ਰਾਹੀਂ ਕੱਢ ਦਿੱਤੀ ਹੈ, ਇਸ ਲਈ ਇਸ ਦੀ ਕੀਮਤ 20 ਰੁਪਏ ਹੈ। ਤੇ ਤੀਸਰੀ ਮੂਰਤੀ ਦਾ ਮੁੱਲ ਸਭ ਤੋਂ ਵੱਧ ਤਾਂ ਹੈ ਕਿ ਇਸ ਨੇ ਸੁਣੀ ਹੋਈ ਗੱਲ ਨੂੰ ਕੋਲ ਰੱਖ ਖੁਦ ਤੇ ਢਾਲਿਆ ਹੈ, ਖੁਦ ਕਮਾਇਆ ਹੈ। ਇਸ ਕਹਾਣੀ ਨੂੰ ਸੁਣਨ ਤੋਂ ਬਾਅਦ ਹੁਣ ਹੋ ਸਕਦਾ ਹੈ ਕਿਸੇ ਅੰਦਰ ਇਹ ਤਰਕ ਉੱਠੇ ਕਿ ਮਿੱਟੀ ਦੀ ਮੂਰਤੀ 'ਚ ਤਾਂ ਕੋਈ ਜੀਵਤ ਸੈਂਸ ਹੀ ਨਹੀਂ ਹੁੰਦੀ, ਫਿਰ ਮਿੱਟੀ ਦੀ ਮੂਰਤੀ ਕੰਨਾਂ ਰਾਹੀਂ ਸੁਣ ਕਿਵੇਂ ਸਕਦੀ ਹੈ, ਮੂੰਹ ਰਾਹੀਂ ਬੋਲ ਕਿਵੇਂ ਸਕਦੀ ਹੈ ਤੇ ਜੀਵਨ 'ਚ ਢਾਲ ਸੁਣੀ ਗੱਲ ਕਮਾ ਕਿਵੇਂ ਸਕਦੀ ਹੈ? ਇਹ ਗੱਲ ਸਹੀ ਹੈ, 100% ਸੱਚੀ ਹੈ ਕਿ ਇਨਸਾਨ ਰੂਪ ਮੂਰਤੀਕਾਰ ਦੀ ਬਣਾਈ ਮਿੱਟੀ ਦੀ ਮੂਰਤੀ ਵਿੱਚ ਸੈਂਸ ਨਹੀਂ ਹੁੰਦੀ, ਇਸ ਲਈ ਉਹ ਮਿੱਟੀ ਦੀ ਮੂਰਤੀ ਇਹ ਸਭ ਕੁਝ ਨਹੀਂ ਕਰ ਸਕਦੀ। ਪਰ ਕਾਦਰ ਨਾਮੀ ਮੂਰਤੀਕਾਰ ਦੀ ਬਣਾਈ ਮਿੱਟੀ ਦੀ ਮੂਰਤੀ 'ਚ ਯਾਨੀ ਕਿ ਇਨਸਾਨ 'ਚ, ਸਾਡੇ 'ਚ ਤਾਂ ਜੀਵਤ ਸੈਂਸ ਹੈ, ਅਸੀਂ ਤਾਂ ਇਹ ਸਭ ਕੁਝ ਕਰ ਸਕਦੇ ਹਾਂ। ਅਸਲ ਵਿੱਚ ਮਿੱਟੀ ਦੀਆਂ ਮੂਰਤੀਆਂ ਦਾ ਹਵਾਲਾ ਦੇ ਕਹਾਣੀ ਵਿੱਚ ਬਿਆਨੀ ਗੱਲ ਇਨਸਾਨ ਨਾਮੀ ਮਿੱਟੀ ਦੀਆਂ ਮੂਰਤੀਆਂ ਦੀ ਹੈ, ਕਿਉਂਕਿ ਅਸੀਂ ਵੀ ਤਾਂ ਮਿੱਟੀ ਦੀਆਂ ਮੂਰਤੀਆਂ ਹਾਂ। ਅਸੀਂ ਵੀ ਕੰਨਾਂ ਰਾਹੀਂ ਸੁਣਦੇ ਹਾਂ, ਮੂੰਹ ਰਾਹੀਂ ਬੋਲਦੇ ਹਾਂ। ਅਸੀਂ ਵੀ ਪਹਿਲੀ ਮੂਰਤੀ ਵਾਂਗ ਕਈ ਵਾਰੀ ਇੱਕ ਕੰਨ ਸੁਣ ਦੂਜੇ ਕੰਨ ਗੱਲ ਬਾਹਰ ਕੱਢ ਦਿੰਦੇ ਹਾਂ ਬਿਨਾਂ ਗੌਰ ਕੀਤੇ। ਅਸੀਂ ਵੀ ਕਈ ਵਾਰੀ ਅਵਰ ਉਪਦੇਸ ਹੈ ਆਪਣਾ ਕਰਿਆ ਵਾਲਾ ਕੰਮ ਕਰ ਦੂਸਰੀ ਮੂਰਤੀ ਦੀ ਨਿਆਈ ਕੰਨਾਂ ਰਾਹੀਂ ਸੁਣੀ ਗੱਲ ਨੂੰ ਬਿਨਾਂ ਕਮਾਇਆ, ਬਿਨਾਂ ਸਮਝਿਆ ਫੱਟ ਦੀਨ ਮੂੰਹ ਰਾਹੀਂ ਉਪਦੇਸ਼ਣ ਤੁਰ ਪੈਂਦੇ ਹਾਂ। ਤੀਸਰੀ ਮੂਰਤੀ ਨਾਲ ਬਿਆਨੀ ਤੀਸਰੀ ਗੱਲ ਦੀ ਜੇ ਗੱਲ ਕਰੀਏ ਤਾਂ ਬੜੀਆਂ ਘੱਟ ਗੱਲਾਂ ਵਿੱਚ ਹੁੰਦਾ ਹੈ ਕਿ ਤੀਸਰੀ ਮੂਰਤੀ ਵਾਂਗ ਅਸੀਂ ਕਿਸੇ ਗੱਲ ਨੂੰ ਸੁਣ ਬਿਨਾਂ ਕੋਈ ਬਿਆਨਬਾਜ਼ੀ ਕੀਤਿਆਂ ਉਸ ਨੂੰ ਖੁਦ 'ਚ ਢਾਲਿਆ, ਖੁਦ 'ਚ ਕਮਾਇਆ ਹੋਵੇ।
ਬੇਸ਼ੱਕ ਘੱਟ ਗੱਲਾਂ ਵਿੱਚ ਹੀ ਅਸੀਂ ਤੀਸਰੀ ਮੂਰਤੀ ਵਾਲੀ ਕਿਰਿਆ ਨੂੰ ਕਮਾਇਆ ਹੋਵੇ, ਪਰ ਜਿਨ੍ਹਾਂ ਵੀ ਗੱਲਾਂ ਬਾਬਤ ਅਸੀਂ ਉਹ ਕਿਰਿਆ ਕਮਾਈ ਹੁੰਦੀ ਹੈ, ਉਹਨਾਂ ਗੱਲਾਂ ਵਿੱਚ ਸਾਡਾ ਮੁੱਲ ਤੀਸਰੀ ਮੂਰਤੀ ਵਾਂਗ ਬਾਕੀ ਦੀਆਂ ਮੂਰਤੀਆਂ ਨਾਲੋਂ ਉੱਚਾ ਪੈਂਦਾ ਹੈ, ਕਿਉਂਕਿ ਮੁੱਲ ਖੁਦ 'ਚ ਕਮਾਈਆਂ ਖੁਦ ਤੇ ਢਾਲੀਆਂ ਗੱਲਾਂ ਦਾ ਹੁੰਦਾ ਹੈ। ਸੋ ਤਿੰਨਾਂ ਮੂਰਤੀਆਂ ਦੇ ਹਵਾਲੇ ਨਾਲ ਬਿਆਨੀ ਅਹਿਮ ਗੱਲ ਤੇ ਗੌਰ ਕਰ। ਖੁਦ ਵੱਲ ਝਾਤੀ ਮਾਰ ਕੇ ਵੇਖੀਏ ਕਿ ਸਾਡੀ ਕਾਇਆ ਮੂਰਤੀ ਦੀ ਸਥਿਤੀ ਕਹਾਣੀ ਦੀ ਕਿਸ ਮੂਰਤੀ ਨਾਲ ਮੇਲ ਖਾਂਦੀ ਹੈ, ਕਿਉਂਕਿ ਬਾਕੀਆਂ ਨਾਲੋਂ ਉੱਚੀ ਪ੍ਰਤਿਸ਼ਠਾ ਦੇ ਉੱਚੇ ਰੂਹ ਬਰਸੂਖ ਦੀ ਜੋ ਚਾਹਨਾ ਗੁਪਤ ਰੂਪ ਸਾਡੇ ਅੰਦਰ ਸੁਲਗਦੀ ਹੈ, ਆਪਣੀ ਉਸ ਚਾਹਨਾ ਦੀ ਪੂਰਤੀ ਦਾ ਰਾਹ ਰਸਤਾ ਤਾਂ ਅਸੀਂ ਅੱਜ ਦੀ ਕਹਾਣੀ 'ਚ ਸੁਣ ਹੀ ਲਿਆ। ਇਸ ਲਈ ਆਪਣੇ ਆਪ ਨੂੰ ਮੁੱਲਵਾਨ ਕਰਨ ਲਈ, ਆਪਣਾ ਮੁੱਲ ਬਾਕੀ ਦੀਆਂ ਮੂਰਤੀਆਂ ਨਾਲੋਂ ਉੱਚਾ ਪਵਾਉਣ ਲਈ ਸੁਣੀ ਗੱਲ ਤੇ ਗੌਰ ਕਰ ਉਸ ਨੂੰ ਮੂੰਹ ਰਾਹੀਂ ਬਾਹਰ ਕੱਢਣ ਦੀ ਬਜਾਏ ਜੀਵਨ 'ਚ ਢਾਲੀ ਤੇ ਆਪਣੀ ਕਾਇਆ ਮੂਰਤ ਦੀ ਕਿਰਦਾਰ ਪੱਖੀ ਘਾੜਤ ਦੇ ਔਜ਼ਾਰ ਆਪਣੇ ਹੱਥ ਲੈ ਅੱਜ ਹੀ ਆਪਣੇ ਕਿਰਦਾਰ ਦੀ ਘਾੜਤ ਸ਼ੁਰੂ ਕਰੀਏ, ਕਿਉਂਕਿ ਘਾੜਤ 'ਚ ਤਰਾਸ਼ਿਆ ਕਿਰਦਾਰ ਹੀ ਮੁੱਲਵਾਨ ਹੁੰਦਾ ਹੈ। ਸਤਿ ਸ੍ਰੀ ਅਕਾਲ।